ਹਾਜ਼ਰੀਨ ਮੁਆਜ਼ਜ਼ ਅਫਰਾਦ ਉਡਾਨ ਇੰਸਟੀਚਿਊਟ ਦੇ ਆਨਲਾਈਨ ਕਲਾਸ ਦੇ ਵਿੱਚ ਤੁਹਾਡਾ ਖੈਰ ਮਕਦਮ ਹੈ। ਤੋ ਅਸੀਂ ਜਿਵੇਂ ਮਾਸਟਰ ਕੇਡਰ ਦੇ ਸੰਦਰਭ ਦੇ ਵਿੱਚ MCQ ਦੀ ਆਨਲਾਈਨ ਸ਼੍ਰੰਖਲਾ ਆਰੰਭ ਕੀਤੀ ਹੋਈ ਹੈਗੀ ਆ, ਉਸੇ ਕੜੀ ਦੇ ਤਹਿਤ ਅੱਜ ਕੁਝ ਅਗਲੇ ਸਵਾਲ ਜਿਹੜੇ ਅੱਜ ਅਸੀਂ ਇੱਥੇ ਹੱਲ ਕਰਾਂਗੇ। ਤੋ ਆਜੋ ਸ਼ੁਰੂ ਕਰਦੇ ਹਾਂ ਅੱਜ ਦਾ ਆਪਣੀ ਇਹ ਵੀਡੀਓ। ਸਾਡੇ ਕੋਲ ਇੱਕ ਸਵਾਲ ਹੈ, ਸਵਾਂਗ ਕੀ ਹੈ? ਸਵਾਂਗ ਮੂਲ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਨਕਲ ਦਾ ਪਰਿਆਏ ਹੈ। ਨਕਲ ਕਰਨਾ ਕਿਸੇ ਦਾ ਜਾਂ ਨਾਟਕ ਕਰਨਾ। ਨਾਟਕ ਵੈਸੇ ਪਲੇ ਨਹੀਂ ਹੈਗਾ, ਇਹ ਕਿਸੇ ਦੇ ਨਾਟਕ ਕਰਨਾ, ਨਕਲ ਲਾਉਣੀ ਜਾਂ ਕਿਸੇ ਦੀ ਸਾਂਗ ਲਾਉਣੀ, ਉੱਥੋਂ ਆਇਆ ਹੈਗਾ। ਤੋ ਇਹ ਕੀ ਹੈਗਾ ਪੁੱਛਦਾ ਹੈਗਾ ਸਾਡੇ ਕੋਲ ਵੀ ਕਿਹੜਾ ਰੂਪ ਹੈਗਾ ਇਹ? ਲੋਕ ਕਾਵ ਹੈਗਾ ਜਾਂ ਲੋਕ ਸੰਗੀਤ ਹੈ ਜਾਂ ਲੋਕ ਨਾਚ ਹੈ? ਹੁਣ ਸਵਾਂਗ ਜਦੋਂ ਕਿਸੇ ਦਾ ਨਕਲ ਲਾਉਣੀ ਜਾਂ ਕਿਸੇ ਦਾ ਨਾਟਕ ਕਰਨਾ ਤੇ ਇਟ ਮੀਨਸ ਇਹਦਾ ਸੰਬੰਧ ਫਿਰ ਨਾਟਕ ਨਾਲ ਹੀ ਹੋਊਗਾ। ਇਸ ਕਰਕੇ ਸਾਡਾ ਜਿਹੜਾ ਲਾਸਟ ਵਾਲਾ ਆਪਸ਼ਨ ਹੈਗਾ ਇੱਥੇ ਲੋਕ ਨਾਟ, ਅਸੀਂ ਇਹਨੂੰ ਟਿਕ ਕਰ ਦੇਣਾ ਹੈਗਾ। ਲੋਕ ਨਾਟ ਹੈ ਇਹ। ਸੱਗੀ ਫੁੱਲ ਕੀ ਹੈ? ਫੁੱਲ ਹੈ, ਫੁਲਕਾਰੀ ਹੈ, ਲੋਕ ਗੀਤ ਹੈ ਜਾਂ ਗਹਿਣਾ ਹੈ? ਤੋ ਜਿਹੜਾ ਸੱਗੀ ਫੁੱਲ ਹੈਗਾ ਹੈ ਇਹ ਮੂਲ ਰੂਪ ਦੇ ਵਿੱਚ ਔਰਤਾਂ ਦੇ ਸਿਰ ਦੇ ਉੱਪਰ ਸਜਾਇਆ ਜਾਣ ਵਾਲਾ ਗਹਿਣਾ ਹੈ। ਤੁਸੀਂ ਦੇਖਿਆ ਹੋਣਾ ਆਮ ਕਰਕੇ ਸੱਭਿਆਚਾਰਕ ਜਿਹੜੇ ਪ੍ਰੋਗਰਾਮ ਹੁੰਦੇ ਨੇ ਜਾਂ ਕਾਲਜਸ ਦੇ ਵਿੱਚ ਕੁੜੀਆਂ ਸੱਭਿਆਚਾਰ ਦਾ ਪ੍ਰੋਗਰਾਮ ਉੱਥੇ ਪਰਫਾਰਮੈਂਸ ਕਰਦੀਆਂ ਹੈਗੀਆਂ, ਉੱਥੇ ਸਿਰ ਦੇ ਉੱਪਰ ਨਾ ਤਿੰਨ ਤਰ੍ਹਾਂ ਦੇ ਇੱਕ ਲਾਟੂ ਜੇ ਰੱਖੇ ਹੁੰਦੇ ਨੇ ਕੁੜੀਆਂ ਦੇ ਸਿਰ ਦੇ ਉੱਪਰ। ਦੋ ਤਾਂ ਸਾਈਡ ਤੇ ਹੁੰਦੇ ਨੇ ਛੋਟੇ ਛੋਟੇ ਔਰ ਇੱਕ ਵਿਚਕਾਰ ਵੱਡਾ ਸਾਰਾ ਹੁੰਦਾ ਇਉਂ ਕਰਕੇ, ਇਉਂ ਹੁੰਦਾ ਤੇ ਦੋ ਸਾਈਡਾਂ ਤੇ ਹੁੰਦੇ ਨੇ ਸਿਰ ਦੇ। ਜਿਹੜਾ ਵਿਚਕਾਰ ਵਾਲਾ ਹੁੰਦਾ ਇਹਨੂੰ ਸੱਗੀ ਕਹਿੰਦੇ ਨੇ। ਇਹਨੂੰ ਕੀ ਕਹਿੰਦੇ ਨੇ? ਸੱਗੀ। ਤੇ ਜਿਹੜੇ ਪਾਸਿਆਂ ਵਾਲੇ ਦੋ ਛੋਟੇ ਛੋਟੇ ਲਾਟੂ ਜੇ ਹੁੰਦੇ ਨੇ ਉਹਨਾਂ ਨੂੰ ਫੁੱਲ ਆਖਿਆ ਜਾਂਦਾ ਹੈ। ਤੋ ਇਹਨਾਂ ਦਾ ਪੂਰਾ ਨਾਂ, ਇਹ ਪੂਰੇ ਗਹਿਣੇ ਦਾ ਨਾਂ ਜਿਹੜਾ ਹੈਗਾ ਉਹ ਸੱਗੀ ਫੁੱਲ ਹੁੰਦਾ ਹੈਗਾ। ਸਿਰ ਦੇ ਉੱਤੇ ਔਰਤਾਂ ਦਾ ਸਜਾਉਣ ਵਾਲਾ ਗਹਿਣਾ ਹੁੰਦਾ ਹੈਗਾ। ਭਾਸ਼ਾ ਭਾਸ਼ਣ ਦੇਣ ਦੀ ਕਲਾ ਹੈ, ਕੁਦਰਤੀ ਆਵਾਜ਼ਾਂ ਦੀ ਨਕਲ ਹੈ, ਮਨੁੱਖੀ ਸੰਚਾਰ ਦਾ ਮਾਧਿਅਮ ਹੈ, ਵਿਆਕਰਨਿਕ ਨਿਯਮਾਂ ਦਾ ਸਮੂਹ ਹੈ। ਤੋ ਸਭ ਤੋਂ ਪਹਿਲਾਂ ਇਹਦੇ ਵਿੱਚ ਤੁਸੀਂ ਇਹ ਦੇਖੋ ਵੀ ਇਹਦੇ ਚ ਪ੍ਰਾਇਮਰੀ ਕੀ ਹੈ, ਪ੍ਰਕਾਰਜ ਕਿਹੜਾ ਹੈਗਾ ਭਾਸ਼ਾ ਦਾ? ਪ੍ਰਾਇਮਰੀ ਜਿਹੜਾ ਹੈਗਾ, ਜਿਹੜਾ ਮੁੱਢਲਾ ਪ੍ਰਕਾਰਜ ਭਾਸ਼ਾ ਦਾ ਕੀ ਹੈ? ਉਹ ਹੈ ਮਨੁੱਖੀ ਸੰਚਾਰ ਦਾ ਮਾਧਿਅਮ। ਮਨੁੱਖ ਦੇ ਸੰਚਾਰ ਦਾ ਜਿਹੜਾ ਮਾਧਿਅਮ ਹੈਗਾ ਇਹ ਭਾਸ਼ਾ ਹੁੰਦੀ ਹੈ। ਤੋ ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਇਹ ਆਏਗਾ। ਔਰ ਜਿਹੜੇ ਦੂਸਰੇ ਹੈਗੇ ਨੇ ਕੁਦਰਤੀ ਆਵਾਜ਼ਾਂ ਦੀ ਨਕਲ ਦਾ ਤਾਂ ਲੈਣ ਦੇਣ ਹੀ ਨਹੀਂ ਹੈਗਾ ਇੱਥੇ, ਇਸ ਕਰਕੇ ਇਹਨੂੰ ਮਨਫੀ ਕਰ ਦਿਓ ਵਿੱਚੋਂ। ਭਾਸ਼ਣ ਦੇਣ ਦੀ ਕਲਾ ਸੈਕੰਡਰੀ ਹੈ ਤੇ ਵਿਆਕਰਨਿਕ ਨਿਯਮਾਂ ਦਾ ਸਮੂਹ ਵੀ ਸੈਕੰਡਰੀ ਹੀ ਰਹਿ ਜਾਂਦਾ ਹੈਗਾ, ਕਿਉਂਕਿ ਮੁੱਢਲਾ ਪ੍ਰਕਾਰ ਜੋ ਦਾ ਹੈਗਾ ਜਿਹੜਾ ਉਹ ਆਦਾਨ ਪ੍ਰਦਾਨ ਕਰਨਾ ਹੈ ਇੱਕ ਦੂਜੇ ਇਨਸਾਨ ਦੇ ਨਾਲ, ਇੱਕ ਸਮਾਜ ਦੇ ਵਿੱਚ ਇੱਕ ਦੂਜੇ ਬੰਦੇ ਦੇ ਨਾਲ। ਇਸ ਕਰਕੇ ਸਾਡਾ ਆਨਸਰ ਜਿਹੜਾ ਇੱਥੇ ਈਡੀ ਆਵੇਗਾ। ਭਾਸ਼ਾ ਵਿੱਚ ਪ੍ਰਾਥਮਿਕ ਹੈ। ਪ੍ਰਾਥਮਿਕ ਹੈ ਮੁੱਖ ਜਾਂ ਮੁੱਢਲਾ ਹੈ, ਮੁੱਢ ਹੈ ਜਾਂ ਮੁੱਢਲਾ। ਪ੍ਰਾਥਮਿਕ ਕਹਿੰਦੇ ਨੇ ਮੁੱਢਲੇ ਨੂੰ, ਪਹਿਲਾ ਮੁੱਢਲਾ ਕੀ ਚੀਜ਼ ਹੈ? ਤਾਂ ਭਾਸ਼ਾ ਵਿੱਚ ਸਭ ਤੋਂ ਪਹਿਲਾ ਹੈ ਸੰਚਾਰ। ਭਾਸ਼ਾ ਦਾ ਕੰਮ ਕੀ ਹੈਗਾ? ਸੰਚਾਰ ਕਰਨਾ। ਉਦੋਂ ਬਾਅਦ ਦੇ ਵਿੱਚ ਜਿਹੜੇ ਹੈਗੇ ਨੇ ਧੁਨੀ, ਉਚਾਰ, ਸੰਕੇਤ, ਜਿਹੜੇ ਉਦੋਂ ਬਾਅਦ ਦੇ ਪਹਿਲੂ ਆ ਜਾਂਦੇ ਹੈਗੇ ਆ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈ ਉਹ ਆੜਾ ਹੈ ਕਿ ਭਾਸ਼ਾ ਦਾ ਮੁੱਢਲਾ ਪ੍ਰਕਾਰ ਹੈ ਸੰਚਾਰ ਕਰਨਾ। ਭਾਸ਼ਾ ਵਿੱਚ ਸ਼ਬਦ ਤੇ ਅਰਥ ਦਾ ਸੰਬੰਧ ਹੈ, ਕੁਦਰਤੀ, ਆਪਹੁਦਰਾ, ਨਿਆਂਯੁਕਤ ਜਾਂ ਵਿਆਕਰਨਿਕ। ਤੋ ਭਾਸ਼ਾ ਦੇ ਵਿੱਚ ਜਿਹੜਾ ਸ਼ਬਦ ਤੇ ਅਰਥ ਦਾ ਸੰਬੰਧ ਹੁੰਦਾ ਹੈ ਉਹ ਆਪਹੁਦਰਾ ਹੁੰਦਾ ਹੈ। ਆਪਹੁਦਰੇ ਪੱਧਰ ਤੇ ਹੀ ਭਾਸ਼ਾ ਤੇ ਅਰਥ ਦੇ ਜਿਹੜੇ ਹੈ, ਕਿਉਂਕਿ ਉਹ ਕੁਦਰਤੀ ਨਹੀਂ ਹੁੰਦਾ, ਕਿਉਂਕਿ ਹਰੇਕ ਭਾਸ਼ਾ ਦੇ ਵਿੱਚ ਕਿਸੇ ਭਾਸ਼ਾ ਦੇ ਵਿੱਚ ਉਹ ਸ਼ਬਦ ਦਾ ਅਰਥ ਕੋਈ ਹੈ, ਕਿਸੇ ਭਾਸ਼ਾ ਦੇ ਵਿੱਚ ਉਸੇ ਸ਼ਬਦ ਦਾ ਅਰਥ ਕੋਈ ਹੈ। ਤੋ ਇਸ ਕਰਕੇ ਜਿਹੜਾ ਹੈਗਾ ਹਰੇਕ ਭਾਸ਼ਾ ਦੇ ਸ਼ਬਦਾਂ ਦਾ ਅਰਥ ਜਿਹੜਾ ਹੈ ਉਹ ਆਪਹੁਦਰਾ ਹੁੰਦਾ ਹੈਗਾ, ਸਮਾਜ ਦੇ ਅਕੋਰਡਿੰਗ ਜਿਹੜਾ ਹੈਗਾ ਉਹਨੂੰ ਵਰਤਿਆ ਜਾਂਦਾ ਹੈ। ਤੋ ਇਸ ਕਰਕੇ ਜਿਹੜਾ ਹੈ ਇਹਨਾਂ ਦਾ ਸੰਬੰਧ ਆਪਹੁਦਰਾ। ਉਦਾਹਰਨ ਦੇ ਤੌਰ ਤੇ ਜੇ ਹੁਣ ਅਸੀਂ ਲੈ ਲਈਏ ਕਿ ਮਾਲਵੇ ਦੇ ਵਿੱਚ ਇੱਕ ਜੋ ਪੱਗ ਹੈ, ਪਗੜੀ ਹੈ ਸਿਰ ਦੇ ਉੱਪਰ, ਤੋ ਇਹਦਾ ਜਿਹੜਾ ਛੋਟਾ ਰੂਪ ਹੈ ਇਹਦੇ ਵੱਖ-ਵੱਖ ਨਾਂ ਨੇ, ਜਿਵੇਂ ਸਾਫਾ ਹੈ, ਸਮੋਸਾ ਹੈ, ਫਿਰ ਮੂਕਾ ਹੈ ਜਾਂ ਫਿਰ ਦੁਪੱਟਾ ਹੈ। ਹੁਣ ਇੱਕ ਪਾਸੇ ਤਾਂ ਜਿਹੜਾ ਦੁਪੱਟਾ ਹੈ ਉਹ ਔਰਤਾਂ ਦੇ ਸਿਰ ਤੇ ਲੈਣ ਵਾਲੀ ਚੁੰਨੀ ਹੈਗੀ ਹੈ, ਇੱਕ ਪਾਸੇ ਬੰਦਿਆਂ ਦੇ ਸਿਰ ਤੇ ਬੰਨਣ ਵਾਲਾ ਵੀ ਦੁਪੱਟਾ ਹੁੰਦਾ ਹੈ। ਤੋ ਇਸ ਕਰਕੇ ਭਾਸ਼ਾ ਇਹਦਾ ਅਰਥ ਦਾ ਸੰਬੰਧ ਹੈਗਾ ਉਹ ਆਪਹੁਦਰਾ ਹੈ। ਜਿਵੇਂ ਸਮਾਜ ਦੇ ਕੰਟੈਕਸਟ ਦੇ ਵਿੱਚ ਉਹ ਫਿੱਟ ਆਉਂਦਾ ਉਵੇਂ ਹੀ ਉਹਨੂੰ ਉਹ ਵਰਤ ਲੈਂਦਾ ਹੈ। ਹੁਣ ਜੇ ਸਮੋਸੇ ਦੀ ਗੱਲ ਕਰੀਏ ਤੇ ਰਾਮਪੁਰਾ ਸਾਈਡ ਦੇ ਵਿੱਚ ਜਿਹੜਾ ਸਮੋਸਾ ਕਿਹਾ ਜਾਂਦਾ ਹੈਗਾ, ਪਰਨੇਮ ਨੂੰ ਸਮੋਸਾ ਸ਼ਬਦ ਬੋਲਦੇ ਨੇ। ਇੱਕ ਪਾਸੇ ਹੁਣ ਸਮੋਸਾ ਖਾਣ ਵਾਲਾ ਵੀ ਹੁੰਦਾ ਹੈਗਾ,
तो फिर ਅਸੀਂ ਕਿਹੜੇ ਸੰਦਰਭ ਵਿੱਚ ਲਵਾਂਗੇ। तो ਇਹੋ ਜਿਹਾ ਜਿਹੜੀ ਪ੍ਰਵਿਰਤੀ ਹੁੰਦੀ ਹੈ ਭਾਸ਼ਾ ਦੇ ਵਿੱਚ ਇਹ ਹੁੰਦੀ ਹੈ ਆਪ ਹੁਦਰੀ। ਇਸ ਕਰਕੇ ਹੀ ਜਿਹੜਾ ਭਾਸ਼ਾ 'ਚ ਸ਼ਬਦ ਤੇ ਜਿਹੜੇ ਅਰਥ ਹੁੰਦੇ ਨੇ ਉਹ ਆਪ ਹੁਦਰੇ ਹੁੰਦੇ ਨੇ। ਉਹ ਕਿਸੇ ਦਰਸ਼ਨ ਜਾਂ ਵਿਆਕਰਨ ਦੇ ਉੱਪਰ ਆਧਾਰਿਤ ਨਹੀਂ ਹੁੰਦੇ ਤੇ ਨਾ ਹੀ ਕੁਦਰਤ ਦੇ ਉੱਪਰ ਆਧਾਰਿਤ ਹੁੰਦੇ ਹੈਗੇ ਨੇ। ਜੇ ਕੁਦਰਤੀ ਹੁੰਦੇ ਤੇ ਹਰੇਕ ਦਾ ਫਿਰ ਭਾਸ਼ਾ ਦੇ ਵਿੱਚ ਹਰੇਕ ਸ਼ਬਦ ਦਾ ਮਾਇਨਾ ਭਾਵੇਂ ਅੰਗਰੇਜ਼ੀ ਹੈ ਭਾਵੇਂ ਕੋਈ ਹੋਰ ਹੈ ਉਹ ਇੱਕ ਹੀ ਹੋਣਾ ਸੀਗਾ। ਇਸ ਕਰਕੇ ਇਹਦੇ ਪ੍ਰਵਿਰਤੀ ਜਿਹੜੀ ਹੈਗੀ ਆ ਉਹ ਆਪ ਹੁਦਰੀ ਹੁੰਦੀ ਹੈਗੀ ਹੈ। ਭਾਸ਼ਾ ਗ੍ਰਹਿਣ ਕੀਤੀ ਜਾਂਦੀ ਹੈ ਸਮਾਜ ਵਿੱਚੋਂ, ਸੱਭਿਆਚਾਰ ਚੋਂ, ਪਰਿਵਾਰ ਚੋਂ ਜਾਂ ਪੁਸਤਕਾਂ ਚੋਂ। तो भाषा जिहड़ी हैगी आ वो समाज विचों ही ग्रहण की जाती, क्योंकि परिवार जिहड़ा हैगा परिवार समाज दा ही एक पहलू हैगा। तो ये सारे दे सारे सभ्याचार हैगा जिहड़ा जां परिवार हैगा ये सारे दे सारे समाज नाल ही जुड़े हुए ने। तो भाषा जिहड़ी है वो समाज विचों ही प्राप्त की जाती है। जिहो जे समाज दे विच मनुख रहिंदा हैगा वो उत्थों दी भाषा दे विच प्रवीण हो जाता है। उदाहरण के तौर पर हुण असीं अजकल देखते हैं कि असीं पंजाबी समाज दे विच रहिंदे हां, साडे छोटे तो छोटा बच्चा भी जिहड़ा हैगा पंजाबी दे उपर पूरी महारत अपनी हासिल उहदी कीती हुंदी हैगी है, अपने उचारण वाली अपनी मात भाषा दे उत्ते मदर जुबान दे उपर। पर जेकर जदों हुण तुसीं देखो कि असीं हुण बच्चे बाहर जांदे ने IELTS करके, उन्हां दी महारत उस पद्धर दी नहीं हो सकदी जिहो जी उन्हां दी पंजाबी च महारत हैगी है। कारण की है कि वो पंजाबी समाज दे विच ही जम्मे पले ने। जितना मर्जी यतन किया जाए जिहड़ी दूजे समाज की भाषा हैगी आ उहनूं सिੱਖਣ ਦੇ ਵਿੱਚ ਜਿਹੜੀ ਹੈਗੀ ਆ ਉਹ कठिनाई महसूस ਹੁੰਦੀ ही ਹੁੰਦੀ है। तो जो उधर अमरीका दे विच जां कैनेडा दे विच जम्मिया पलिया बच्चा हैगा ਉਹਦੀ पकड़ जिहड़ी है उस पद्धर दी होऊगी कि साडी नहीं हो सकदी गी, क्योंकि उन्हां दे समाज दी भाषा है। तो इस करके सब तो वड्डा पहलू हैगा कि जिहो जिहे मनुख समाज च रहिंदा है ਉਹ ਉੱਥੋਂ ਦੀ ਭਾਸ਼ਾ ਦੇ ਕਲਿਸ਼ਟ ਤੋਂ ਕਲਿਸ਼ਟ ਪੈਟਰਨ ਦੇ ਉੱਪਰ ਵੀ ਉਹਦੀ ਜਿਹੜੀ ਹੁੰਦੀ ਆ ਉਹ ਮਹਾਰਤ ਹਾਸਲ ਉਹਨੂੰ ਹੁੰਦੀ ਹੈਗੀ ਹੈ। तो इस करके भाषा का जिहड़ा हैगा ग्रहण करन दा जिहड़ा संबंध है वो समाज नाल जुड़िया हैगा। भाषा है अर्थ प्रबंध, रूपीन प्रबंध, चैन प्रबंध जां फिर अखर प्रबंध। तो ये सारे दे सारे इत्थे जा करके किते ना किते बंदे बथेरे टपला खा जाते हैं कि भाषा अखर का प्रबंध है जी, रूपीन। देखो सब तो पहला है कि भाषा चिन्हां का प्रबंध है, भाषा चिन्हां का सिस्टम है। उदों बाद पहलू आउंदे ने दूजे सारे। जिहड़ा अर्थ का संबंध है वो भाषा की आत्मा दे नाल है, शब्द दे विचला जिहड़ा ध्वनि हैगी है ਉਹਦੇ ਨਾਲ ਉਹਦਾ संबंध है, मायने ਦੇ ਨਾਲ संबंध है। रूप का संबंध ਜਿਹੜਾ शब्द ਦੇ स्ट्रक्चर ਦੇ ਨਾਲ ਹੈਗਾ। ਅੱਖਰ ਦਾ ਸੰਬੰਧ ਜਿਹੜਾ ਹੈਗਾ ਉਹ ਲਿਪਾਂਕਣਕਾਰੀ ਦੇ ਨਾਲ ਹੈਗਾ, ਆਰਥੋਗ੍ਰਾਫੀ ਦੇ ਨਾਲ ਹੈ। ਇਸ ਕਰਕੇ ਜਿਹੜਾ ਸਭ ਤੋਂ ਪ੍ਰਥਮ ਜਿਹੜਾ ਹੈ ਭਾਸ਼ਾ ਚਿੰਨ੍ਹਾਂ ਦਾ ਸਿਸਟਮ ਹੈ। ਉਹਦੇ ਵਿੱਚ ਬਾਕੀ ਗੱਲਾਂ ਸੈਕੰਡਰੀ ਨੇ, ਬਾਕੀ ਗੱਲਾਂ ਦਵਿਤੀਆਂ ਨੇ, ਦੁਜੈਲੀਆਂ ਨੇ। ਇਸ ਕਰਕੇ ਇਹਦਾ ਪਹਿਲਾ ਸੰਬੰਧ ਹੈਗਾ ਜਿਹੜਾ ਉਹ ਚਿੰਨ੍ਹ ਪ੍ਰਬੰਧ ਦੇ ਨਾਲ ਹੈ। अर्थ उत्कर्ष है अर्थ परिवर्तन की दिशा, रूप परिवर्तन की दिशा या अर्थ परिवर्तन की, धुनी परिवर्तन की या वाक परिवर्तन की। तो ये थल्ले वाले तिन्ने ही नहीं हैगे, ये अर्थ परिवर्तन की दिशा हैगी है। अर्थ उत्कर्ष तो भाव हैगा कि अर्थां दा नीवें पासे तो उच्चे पासे वाल चले जाना। भाव की आ नीवें अर्थां दा जिहड़ा हैगा, निम्न अर्थां दा, हीणे अर्थां दा उच्च नूं प्राप्त कर लेना, उच्चे स्थान नूं प्राप्त कर लेना। उदाहरण के तौर पर जो बाबू वर्ड है, तो जिहड़ी छंदिस हैगी आ उहदे विच बाबू बांदर दे वास्ते वरतिया जांदा वर्ड हैगा। संस्कृत दे विच बाबू की वरतों बांदर दे वास्ते प्रयुक्त हुंदी हैगी है। तो पर की हैगा हुण बाबू का शब्द जिहड़ा हैगा वो ग्रीक भाषा के क्लर्क दे नाल जिहड़ा हैगा क्लर्क दे नाल मेल दिता गया हैगा। तो जो अज क्लर्क है वो बाबू है। जो नहरी महकमे दे विच पहलां क्लर्क हुंदे सीगे तो वो भी बाबू हुंदे सीगे, जिवें बाबू राजबली। तो नीवें पासे तो अर्थ जिहड़ा हैगा उतले पासे नूं चलिया गया। इस नूं कहंदे ने अर्थ उत्कर्ष। भाव की है नीवें अर्थां दा उपर नूं चले जाना। संख्या कोश दा संपादक है, साडे कोल इत्थे जिहड़े हैगे ने ये 4 ऑप्शनस ने। तो डॉक्टर सुहिंदर सिंह वणजारा बेदी ने संख्या कोश नहीं लिखा, इन्हां दे कोश दा नाम है लोकधारा विश्वकोश। लोकधारा विश्वकोश। उस बाद करनैल सिंह थिंद है, इन्हां ने कोई कोश नहीं लिखा। इन्हां दी किताब का नाम लोकयान ते मध्यकालीन पंजाबी साहित्य, बड़ी चंगी किताब हैगी है। उस तो बाद गुरदेव सिंह है, इन्हां दे कोश का नाम है सूफी साहित्य संदर्भगत कोश। सूफी साहित्य संदर्भगत कोश पंजाबी यूनिवर्सिटी ने छापिया बई ये।
तो साडा जिहड़ा ये आंसर है ये है गुरबख्श सिंह केसरी। इन्हें संख्या कोश की जिहड़ी रचना की है, इस करके ईडी ऑप्शन नूं तुसीं जिहड़ा हैगा वो ठीक करना है। इत्थे पंजाबी भाषा दीयां व्यंजन धुनियां दा पप्पा ते बब्बा दा उचारण है। डकवां अल्प प्राण होठी, डकवां महाप्राण होठी, अडकवां महाप्राण ते होठी, अडकवां अल्प प्राण ते दंती। पहली गल ते असीं जिहड़ा हैगा तुसीं इन्हां नूं उचार के वेखो। हुण पप्पा ते बब्बा, इस करके लास्ट वाला दी तां कहानी खत्म आ, क्योंकि दंती है ही नहीं हैगियां। रह गया डाउट सानूं इन्हां दे विचकार। हुण मसला कित्थे हैगा? हुण तुसीं इह वेखो भी जदों तुसीं बोलदे हो, इन्हां नूं उचारदे हो कि मूँह दे विच हवा नूं रोका पैंदा है जां नहीं पैंदा? पप्पा बब्बा जे तां पैंदा है ते इट मीनस ये डकवियां ने, ये तां सानूं पता कि पैंदा ही पैंदा है, इस करके ये डकवियां ने। ते दूजा भी साडी जिहड़ी हैगी इत्थे कहानी खत्म हो जांदी, क्योंकि ये डकवियां ने, इन्हां ने अडकवा लिख रखिआ। गल आ गई हुण इन्हां दों ते। हुण वो सानूं पुछदा है कि इन्हां धुनियां दा उचारण। हुण इहदे विच सानूं दो गल्लां, हुण डकवें दी तां गल क्लीयर हो गई कि डकवियां तां हैगियां ही हैगियां ने और होठी भी हैगियां ही हैगियां ने। हुण अंतर नखेड़ किहड़ी चीज़ करूगी इन्हां दे विचकार? हुण अंतर नखेड़ करूगी महाप्राणता जां अल्प प्राणता। भाव की है? हवा दी मात्रा। तुहाडे फेफड़ियां वल्लों जदों हवा आ रही है, मूँह पोल राही इन्हां दे उचारण समय पूरी बाहर निकलदी है जां वो रुक जाती है, घट मात्रा च बाहर निकलदी है? उचार के देखो। प ब रुकदी है ना। एक चीज़ होर है, पप्पा ते बब्बा तुसीं इहनूं शब्द बना के ना उदों उचारिया करो जदों इहो जिहा सवाल हुंदा हैगा, इहो ਜਿਹੇ सवाल आउंदे हैगे ने, उदों तुसीं इन्हां नूं साउंड ही बोलना है। प ब भाव की है कि हवा पूरी मात्रा दे विच बाहर नहीं निकल पाउंदी। जे तां पूरी मात्रा च निकलदी फिर ये महाप्राण होणीਆਂ सी, हुण की ने ये अल्प प्राण। तो इस करके जिहड़ा आड़ा भी साडा इस कैटागरी दे विच नहीं आउंदा, इस शर्त नूं पूरा नहीं करदा। इस करके ये डकवियां ने और अल्प प्राण ने। अल्प संस्कृत का शब्द है जिहदा अर्थ हुंदा थोड़ा, तो थोड़ी मात्रा दे विच हवा जिहड़ी हैगी वो बाहर निकलदी है ते होठी तां इह हैगियां ही नहीं। इस करके साडा आंसर जिहड़ा हैगा ओह ऊड़ा आउंदा। इहो ਜਿਹੇ सवालां नूं जिहड़ा हैगा ना जदों हल करना हुंदा हैगा ते उदों खास करके तुहानूं महाप्राणता दा, अल्प प्राणता दा, डकवां ते अडकवां ते और उचारण स्थान की गल करिए तुहानूं होठी, दंती, तालवी, मूर्तनी, पार्श्विक, फड़कवी, कांबवी, लागवी, ये साउंड्स का पता होना चाहिए हैगा, क्योंकि इस चीज़ ते तुहाडी माड़ी मोटी महारत जरूर होनी चाहिए है, फिर तुसीं इन्हां नूं हल कर सकते हो। अदरवाइज जदों तुसीं किते की करदे हो कि रट्टा मार के लै जांदे हो, ते जदों रट्टा आवाज़ मार लईदा उदों क्लीयरिटी नहीं होंदी, क्योंकि घोषता हुंदी है, नादता हुंदी है, प्राणता हुंदी है, डकवां अडकवां हुंदा है, उहदे विच फिर सारा कुछ रल गड्ड हो जांदा है। तो इस करके इस चीज़ नूं थोड़ा जिहा प्रैक्टिकली वेखना हुंदा, क्योंकि है ही काम प्रैक्टिकली ये भौतिक यंत्रां की सहायता दे नाल भाषा प्रयोगशाला दे विच जिहड़ा फोनैटिक्स ते फोनोलॉजी दा एनालिसिस कीता जांदा है। तो इस करके जिहड़ा हैगा तुसीं भी इहनूं जिहड़ा हैगा ना प्रैक्टिकली देखिया करो। और प्रैक्टिकली कई बार की हुंदा हैगा कि अक्सर स्टूडेंट्स कहंदे कि जी सानूं क्लीयरिटी नहीं आउंदी। क्लीयरिटी उन्ना चिर नहीं आउणी इन्हां दे संदर्भ दे विच जदों तुसीं बब्बा कहोगे, जदों तुसीं खੱਖਾ कहोगे, ਚੱਚਾ कहोगे। वेखो जिवें हुण बब्बा तुसीं ऐ कहंदे हो इहनूं बब्बा, हुण बब्बा ये तो तुसीं कहंदे हो बब्बा, हालांकि बब्बा पंजाबी च बोलिया कहा जाता है बब्बा, तुसीं सहूलियत वास्ते शब्द वरतता, जदों साडा वर्णमाला बनी वो सहूलियत वास्ते शब्द बनाता उहदे वास्ते, ये शब्द नहीं, ये मूल बब्बा ही है। जे तुसीं आम देखोगे ना फोनेटिक्स दे विच इहनूं ऐ लिखदे ने विद्वान, ब या ब। हुण ब क्या हैगा ते क्लीयरिटी सानूं अपने आप ही हो गई। जे बब्बा कहोगे तो फिर किते ना किते तुसीं उस चीज़ दे विच उलझ जाओगे। तो जदों फोनेटिक्स के पक्ष तो, जदों साउंड के पक्ष तो तुसीं इहदा एनालिसिस करना हैगा ते उदों तुसीं इहनूं ब ही बोलना है, जां ध जां जो भी धुनी है उहनूं जिवें हिंदी वाले बोलदे ने उवें ही बोलना है। बाकी तुसीं जिवें मर्जी बब्बा कहो, ਚੱਚਾ कहो, ਖੱਖਾ कहो, उहदे च कोई गल नहीं हैगी। पंजाबी भाषा विच स्वर धुनियां की गिणती कितनी है? हुण स्वर वोवल पुछे ने उहने साडे कोलों भी किन्ने हैगे ने, इत्थे आ 10 15 3 7। जे तां वो पुछदा इत्थे साडे कोलों कि पंजाबी धुनियां विच स्वर वाहक किन्ने ने, जां पंजाबी पंजाबी जिहड़ी 35 हैगा, जां पंजाबी भाषा दे विच
मूल स्वर किन्ने ने, फिर तां तुसीं दसना सी 3। हुण उहने साथों स्वर पुछे ने सारे, टोटली स्वर, ते टोटल स्वर पंजाबी दे विच किन्ने ने, वो ने 10। 3 ते लघु ने, लघु किहड़े किहड़े ने, आ, ए ते ओ, ठीक है। ते 7 दीर्घ ने, आ, ए, ओ, ऊ, ऐ ते औ। ये 7 पंजाबी दे विच जिहड़े हैगे ने ओह एक ई रह गया, सॉरी बई, ये 7 पंजाबी दे विच दीर्घ ने और 3 लघु ने। इस करके दीर्घ का अर्थ हैगा कि इन्हां दा उचारण दूरा हुंदा है, लम्मा हुंदा है, इन्हां दा उचारण छोटा हुंदा है, इस करके लघु जां छोटे जां हरसव कहा जाता है। तो इन्हां नूं दीर्घ जां गुरु आख्या जाता है, जां लौंग वोवल्स आख्या जाता है। तो इस करके पंजाबी विच इह 10 ने। पंजाबी नावल विच सांस्कृतिक चेतना का लेखक है, तो इत्थे साडे कोल जिहड़े हैगे ने 4 ऑप्शन ने, टी आर विनोद, जोगिंदर सिंह राही, हरसिमरन सिंह रंधावा ते सुखदेव सिंह खारा। तो यह हैगा जोगिंदर सिंह राही। भाषा सभ्याचार दा की है, पाठ प्रबंध है, आधार प्रबंध है, उचार प्रबंध है जां उसार प्रबंध है। तो भाषा सभ्याचार दा आधार हुंदी है, भाषा के आधार ते ही सभ्याचार जिहड़ा हैगा वो विकास करदा हैगा, इस करके यह सभ्याचार दा आधार प्रबंध है। लैंग भाषा का किहड़ा रूप है, तो लैंग ते पैरोल दो सस्यूर दे संकल्प ने। उहदी किताब का नाम है कोर्स इन जनरल लिंग्विस्टिक्स, ਉਹਦੇ ਵਿੱਚ ਇਹ संकल्प प्रस्तुत ਕੀਤੇ गए ने। तो लैंग ਹੁੰਦਾ ਹੈਗਾ ਜਿਹੜਾ, लैंग भाषा ਦਾ ही पर्याय है। तो लैंग है ਜਿਹੜਾ मूल रूप ਦੇ ਵਿੱਚ ਉਹ ਸਮੂਹਿਕ है, लैंग ਸਮੂਹਿਕ ਹੁੰਦਾ है। ਤੇ ਜਿਹੜਾ ਪੈਰੋਲ ਹੁੰਦਾ ਹੈਗਾ, ਪੈਰੋਲ ਵਿਅਕਤੀਗਤ ਹੁੰਦਾ है। ਪੈਰੋਲ ਵਿਅਕਤੀਗਤ ਹੁੰਦਾ, ਭਾਵ ਉਹ ਉਚਾਰ ਹੁੰਦਾ ਉਹ ਤੁਹਾਡੇ ਪੱਧਰ ਤੇ ਹੀ ਆ, ਤੁਸੀਂ ਜਿਵੇਂ ਮਰਜ਼ੀ ਉਚਾਰ ਕਰੋ। तो इस करके ਜਿਹੜਾ ਹੈਗਾ लैंग साथों ने पूछा, तो लैंग जे भाषा हैगी है तो भाषा की हुंदी है, समूहिक। तो साडे कोल इत्थे आंसर आड़ा समूहिक दा हैगा है, इस करके असीं जिहड़ा हैगा इत्थे इहनूं चुनांगे कि जिहड़ा हैगा लैंग हुंदा हैगा इह समूहिक हुंदा है। समय दी गति दे प्रसंग विच भाषा विच उपजे परिवर्तन हुंदे हन। तो समय दी गति दे विच जिहड़ा सिनकार्न जिहड़े हैगे सिंटैगमैटिक ते पैराडिगमैटिक हैगे ने, ये दोनों ये कड़ीदार ते लड़ीदार हुंदे ने, ये सस्यूर दे संकल्प ने। इकालक ते दुकालक जिहड़े हैगे ने सिनकारानिक ते डायाक्रॉनिक। जिहड़े इकालक होणगे एक समय दे विच होणगे उन्हां नूं सिंक्रानिक कहिंदे ने, ते जिहड़े समय दी गति दे विच भाव की दुवल्ले हुंदे संबंध होणगे, दोहरे संबंध हुंदे ने वख-वख समय विच, उन्हां नूं आख्या जांदा डायाक्रॉनिक। इस करके साडा आंसर जिहड़ा हैगा वो इत्थे ईडी आएगा। सस्यूर दे ही संकल्प ने, भाषाई संकल्प। भाषा विकास का सिट्टा है, मनुखी काढ़ है, सभ्याचार की देन है जां दैवी दात है। तो भाषा जिहड़ी हैगी आ वो मनुखी विकास का सिट्टा है, इस करके साडा आंसर जिहड़ा हैगा वो इत्थे ऊड़ा आएगा। भाषा मनुखी विकास का सिट्टा हुंदी है। गिद्धा दा संपादक है महेंद्र सिंह रंधावा, दविंदर सत्यार्थी, नार सिंह, करतार सिंह शमशेर। तो जिहड़ा गिद्धा है उहदा संपादक है दविंदर सिंह सत्यार्थी। लोक गीतां दी किताब है, इहदा संपादक है, एक दी किताब है दीवा बले सारी रात। तो ये जिहड़ा है आड़ा इत्थे आएगा। बंद श्रेणी दे शब्द उन्हां नूं कहा जांदा है जिन्हां विच शब्दां दी गिणती सीमित हुंदी है, शब्दां दी गिणती असीमित हुंदी है, विकारी शब्द हुंदे ने, शब्दां दी घट वरतों कारण कहा जांदा है। तो आ ते कोई तुक नहीं बनदी, शब्दां दी घट वरतों कारण, ये कोई ग्रामेटिकल तुक नहीं हैगी। विकारी शब्द नहीं हुंदे बंद श्रेणी वाले, विकारी शब्द होर हुंदे ने, उन्हां दा संबंध ही नहीं इस चीज़ दे नाल हुंदा हैगा। विकारी शब्द ते सारे ही हुंदे हैगे ने, कंजक्शनस नूं ते जिहड़े पार्टिकल्स नूं छड्ड के सारे ही विकारी हुंदे ने, बाकी विकारता उन्हां विच आ सकदी है। विकारी वो हुंदे ने जिवें असीं क्या हैगा इत्थे कर, कर तो करिया, लिख तो लिखिया, नाम धातु वगैरह जो बन जाते हैं विकारता आ जाते। भाव की है कि लिंग ते वचन के पद्धर ते जदों उहदे विचकार रूपांतरण आ जाता है उहनूं विकार आख्या जाता है। तो विकारी तो वो आ जाते हैगे ने।
ਸ਼ਬਦਾਂ ਦੀ ਗਿਣਤੀ ਅਸੀਮਤ ਹੁੰਦੀ ਹੈਗੀ ਆ। ਹੁਣ ਉਹਨਾਂ ਨੇ ਪੁੱਛਿਆ ਤਾਂ ਸਾਥੋਂ ਇਹ ਬੰਦ ਸ਼੍ਰੇਣੀ, ਜਦੋਂ ਬੰਦ ਸ਼੍ਰੇਣੀ ਹੋ ਗਈ ਤੇ ਅਸੀਮਤ ਕਿੱਥੋਂ ਰਹਿ ਗਈ? ਅਸੀਮਤ ਦਾ ਤਾਂ ਸਵਾਲ ਹੀ ਖਤਮ ਹੋ ਗਿਆ ਜਦੋਂ ਸ਼੍ਰੇਣੀ ਬੰਦ ਹੋ ਗਈ। ਇਸ ਕਰਕੇ ਇਹ ਵੀ ਗਲਤ ਹੈਗੀ, ਇਹ ਵੀ ਨਹੀਂ ਆਊਗੀ ਸਾਡੇ ਕੋਲ। ਸਾਡਾ ਆਨਸਰ ਕੀ ਆਊਗਾ? ਜਿੱਥੇ ਸ਼ਬਦਾਂ ਦੀ ਗਿਣਤੀ ਸੀਮਤ ਹੁੰਦੀ ਹੈ। ਭਾਵ ਕੀ ਹੈ ਕਿ ਇੱਕ ਖਾਸ ਸੀਮਾ ਹੁੰਦੀ ਹੈ ਉਹਨਾਂ ਦੀ ਗਿਣਤੀ ਦੀ, ਉੱਥੇ ਜਿਹੜੇ ਬੰਦ ਸ਼੍ਰੇਣੀ ਦੇ ਸ਼ਬਦ ਜਿਹੜੇ ਹੈਗੇ ਨੇ ਉਹ ਆਉਂਦੇ ਹੈਗੇ ਨੇ, ਜਾਂ ਉਸ ਕੈਟਾਗਰੀ ਦੇ ਵਿੱਚ ਉਹ ਵਰਤੇ ਜਾਂਦੇ ਨੇ। ਇਸ ਕਰਕੇ ਸਾਡਾ ਜਿਹੜਾ ਆਨਸਰ ਹੈਗਾ ਉਹ ਇੱਥੇ ਊੜਾ ਆਏਗਾ। ਅਪਭ੍ਰੰਸ਼ ਭਾਸ਼ਾਵਾਂ ਕੜੀ ਹਨ। ਪਾਲੀ ਤੇ ਪ੍ਰਾਕ੍ਰਿਤਾਂ ਵਿੱਚ, ਪਾਲੀ ਤੇ ਪ੍ਰਾਕ੍ਰਿਤਾਂ ਵਿੱਚ ਇਹ ਕੜੀ ਨਹੀਂ ਹੈਗੀਆਂ, ਅਪਭ੍ਰੰਸ਼ਾਂ ਨਹੀਂ ਆਉਂਦੀਆਂ। ਸੰਸਕ੍ਰਿਤ ਤੇ ਪਾਲੀ, ਪਾਲੀ ਵਿੱਚ, ਸੰਸਕ੍ਰਿਤ ਤੇ ਪਾਲੀ ਵਿੱਚ ਵੀ ਨਹੀਂ, ਸੰਸਕ੍ਰਿਤ ਤੇ ਕਲਾਸੀਕਲ ਸੰਸਕ੍ਰਿਤ ਵਿੱਚ ਇਹ ਵੀ ਨਹੀਂ ਹੈਗਾ। ਤੋ ਇਹ ਆਧੁਨਿਕ ਭਾਸ਼ਾਵਾਂ ਤੇ ਪ੍ਰਾਕ੍ਰਿਤਾਂ ਦੇ ਵਿੱਚ ਜਿਹੜੀ ਅਪਭ੍ਰੰਸ਼ਾਂ ਆਉਂਦੀਆਂ ਹੈਗੀਆਂ ਨੇ। ਜਿਹੜੀਆਂ ਪ੍ਰਾਕ੍ਰਿਤ ਭਾਸ਼ਾਵਾਂ ਹੈਗੀਆਂ ਨੇ, ਸੌਰ ਸੈਨੀ, ਮਾਗਧੀ, ਅਰਧ ਮਾਗਧੀ, ਪਛਾਚੀ, ਆਪਣੀ ਕਈ, ਇਹਨਾਂ ਵਿਚਕਾਰ ਜਿਹੜਾ ਆਉਂਦਾ ਹੈਗਾ ਇਹ ਆਧੁਨਿਕ ਭਾਸ਼ਾਵਾਂ ਜੋ ਹੁੰਦੀਆਂ ਤੇ ਪ੍ਰਕਿਰਤਾਂ ਹੈਗੀਆਂ ਉਹਨਾਂ ਵਿਚਕਾਰਲਾ ਜਿਹੜਾ ਸੰਬੰਧ ਹੈਗਾ ਉਹਨਾਂ ਨੂੰ ਅਪਭ੍ਰੰਸ਼ ਭਾਸ਼ਾਵਾਂ ਆਖਿਆ ਜਾਂਦਾ ਹੈ। ਨਾਥਾਂ ਜੋਗੀਆਂ ਦੀ ਬਾਣੀ ਜਿਹੜੀ ਹੈਗੀ ਆ ਉਹ ਅਪਭ੍ਰੰਸ਼ਾਂ ਦੇ ਵਿੱਚ ਹੀ ਤੁਹਾਨੂੰ ਮਿਲਦੀ ਹੈਗੀ। ਭਾਸ਼ਾ ਵਿਗਿਆਨ ਦਾ ਖੇਤਰ ਹੈ ਭੂਗੋਲ, ਸੱਭਿਆਚਾਰ, ਸਾਹਿਤ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਭਾਸ਼ਾ ਵਿਗਿਆਨ ਦਾ ਖੇਤਰ ਨਾ ਤੇ ਜਿਓਗ੍ਰਾਫੀ ਹੈਗੀ ਹੈ, ਨਾ ਫਿਰ ਲਿਟਰੇਚਰ ਹੈ, ਤੇ ਨਾ ਹੀ ਇਹਦਾ ਜਿਹੜਾ ਹੈਗਾ ਕਲਚਰ ਹੈਗਾ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਉਹ ਲਾਸਟ ਵਾਲਾ ਆਏਗਾ ਇਹਨਾਂ ਵਿੱਚੋਂ, ਭਾਸ਼ਾ ਵਿਗਿਆਨ ਦਾ, ਕਿਉਂਕਿ ਭਾਸ਼ਾ ਦਾ ਸਰਬੰਗੀ ਮੁਲਾਂਕਣ ਕਰਦਾ ਹੈ। ਤੋ ਇਹਨਾਂ ਵਿੱਚੋਂ ਉਹਦਾ ਖੇਤਰ ਜਿਹੜਾ ਹੈਗਾ ਉਹ ਕੋਈ ਵੀ ਨਹੀਂ ਹੈਗਾ। ਇਹਨਾਂ ਵਿੱਚੋਂ ਕਿਹੜਾ ਲੇਖਕ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਵਾਲਿਆਂ ਵਿੱਚੋਂ ਨਹੀਂ ਹੈ? ਤੋ ਸਾਡੇ ਕੋਲ ਸੁਰਿੰਦਰ ਸਿੰਘ ਕੋਹਲੀ, ਇਹਨੇ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਿਆ ਹੈ। ਬ੍ਰਹਮ ਜਗਦੀਸ਼ ਸਿੰਘ ਦਾ ਵੀ ਪੰਜਾਬੀ ਸਾਹਿਤ ਦਾ ਇਤਿਹਾਸ ਹੈ, ਤੇ ਰਣਧੀਰ ਸਿੰਘ ਚੰਦ ਦਾ ਵੀ ਹੈਗਾ। ਇਸ ਕਰਕੇ ਸੁਰਿੰਦਰ ਸਿੰਘ ਨਰੂਲਾ ਜਿਹੜਾ ਹੈਗਾ ਉਹ ਨਾਵਲਕਾਰ ਹੈ, ਇਹਨੇ ਪੰਜਾਬੀ ਸਾਹਿਤ ਦਾ ਇਤਿਹਾਸ ਨਹੀਂ ਲਿਖਿਆ। ਇਸ ਕਰਕੇ ਜਿਹੜਾ ਹੈਗਾ ਸਾਡੇ ਕੋਲ ਆੜਾ ਸਾਡਾ ਆਪਸ਼ਨ ਇੱਥੇ ਆਏਗੀ। ਯੋਗਤਾ ਤੇ ਨਿਭਾਓ ਸੰਕਲਪ ਕਿਸ ਦਾ ਹੈ? ਮੈਕ ਹਿਲੀਡੇ ਦਾ ਹੈ। ਨੋ ਅੱਗੇ ਰੋਲਾਂ ਬਾਰਤ ਹੈ, ਇਹ ਵੀ ਨਹੀਂ ਹੈ। ਕਲੌਡ ਲੈਵੀ ਸਟਰਾਸ ਹੈਗਾ, ਇਹ ਵੀ ਨਹੀਂ ਹੈ। ਇਹ ਹੈ ਨੋਮ ਚਮਸਕੀ ਦਾ, ਇਹਦੀ ਕਿਤਾਬ ਦਾ ਨਾਮ ਹੈ ਸਿੰਟੈਟਿਕ ਸਟਰਕਚਰਜ਼। ਤੋਂ ਇਹਦੇ ਵਿੱਚ ਯੋਗਤਾ ਤੇ ਨਿਭਾਓ ਦਾ ਸੰਕਲਪ ਹੈਗਾ ਜਿਹੜਾ ਇਹਨੇ ਪ੍ਰਸਤੁਤ ਕੀਤਾ ਭਾਸ਼ਾ ਦੇ ਸੰਦਰਭ ਦੇ ਵਿੱਚ। ਤੋਂ ਇਸ ਕਰਕੇ ਇਹ ਆਪਣਾ ਹੈਗਾ ਨੋਮ ਚਮਸਕੀ ਦਾ ਸੰਕਲਪ ਹੈ। ਇਸ ਕਰਕੇ ਇਹ ਈਡੀ ਆਪਸ਼ਨ ਇੱਥੇ ਆਊਗਾ। ਔਂਕੜ ਤੇ ਹੋੜਾ ਕਿਸ ਸਵਰ ਨਾਲ ਲੱਗਦੇ ਹਨ? ਹੁਣ ਈਡੀ ਨਾਲ ਤੁਸੀਂ ਦੇਖ ਲਓ ਪ੍ਰੈਕਟੀਕਲੀ ਔਂਕੜ ਲੱਗਦਾ ਹੈ, ਨਾ ਹੋੜਾ ਲੱਗਦਾ ਨਾ ਔਂਕੜ ਲੱਗਦਾ ਹੈ। ਇਸ ਕਰਕੇ ਇਹ ਗਲਤ ਹੈ। ਆੜੇ ਨੂੰ ਔਂਕੜ ਲੱਗਦਾ ਨਾ ਹੋੜਾ ਲੱਗਦਾ ਹੈ, ਇਸ ਕਰਕੇ ਇਹ ਵੀ ਗਲਤ ਹੈ। ਊੜਾ ਇਹਦੇ ਵਿੱਚੋਂ ਸਹੀ ਹੈ ਸਾਡਾ ਆਪਸ਼ਨ। ਦੇਖੋ ਊੜੇ ਔਂਕੜ ਲੱਗਦਾ ਹੈਗਾ ਤੇ ਊੜੇ ਨੂੰ ਹੋੜਾ ਵੀ ਲੱਗਦਾ ਹੈਗਾ। ਹਿੰਦੀ ਵਾਲੇ ਆੜੇ ਨੂੰ ਹੋੜਾ ਲਾਉਂਦੇ ਨੇ ਇਉਂ ਕਰਕੇ, ਉਹ ਆੜੇ ਨੂੰ ਹੋੜਾ ਲਾਉਂਦੇ ਨੇ, ਜਿਵੇਂ ਓਂਕਾਰ ਲਿਖਣਾ ਹੈਗਾ ਤਾਂ ਆੜੇ ਨੂੰ ਹੋੜਾ ਲਾ ਕੇ ਲਿਖਣਗੇ ਓਂਕਾਰ। ਤੋਂ ਪੰਜਾਬੀ ਦੇ ਵਿੱਚ ਜੇ ਤੁਸੀਂ ਓਂਕਾਰ ਲਿਖਣਾ ਤੇ ਇਉਂ ਲਿਖਿਆ ਜਾਂਦਾ ਓਂਕਾਰ। ਊੜੇ ਨੂੰ ਮੂੰਹ ਖੋਲ ਦਿੱਤਾ ਜਾਂਦਾ ਜਿਹੜਾ ਹੋੜੇ ਦਾ ਪਰਿਆਏ ਹੈ, ਇਸ ਕਰਕੇ ਊੜੇ ਦੇ ਨਾਲ ਇਹ ਲੱਗਦਾ ਹੈਗਾ। ਪੈਰੋਲ ਭਾਸ਼ਾ ਦਾ ਕਿਹੜਾ ਰੂਪ ਹੈ? ਮੈਂ ਪਹਿਲਾਂ ਦੱਸ ਕੇ ਗਿਆ ਹੈਗਾ, ਲੈਂਗ ਤਾਂ ਹੁੰਦਾ ਸਮੂਹਿਕ ਤੇ ਪੈਰੋਲ ਹੁੰਦਾ ਹੈਗਾ ਜਿਹੜਾ ਉਹਦਾ ਸਵੈ ਇੱਛਤ, ਜਿਹੜਾ ਤੁਸੀਂ ਆਪਣੀ ਮਰਜ਼ੀ ਨਾਲ ਉਚਾਰਦੇ ਹੋ। ਭਾਵ ਕੀ ਹੈ ਕਿ ਪੈਰੋਲ ਬੋਲੀ ਹੁੰਦੀ ਹੈ। ਜੇ ਸਿੱਧੇ ਸ਼ਬਦਾਂ 'ਚ ਲਈਏ, ਲੈਂਗ ਭਾਸ਼ਾ ਹੁੰਦੀ ਹੈਗੀ ਆ, ਲੈਂਗ ਭਾਸ਼ਾ ਹੈ ਤੇ ਪੈਰੋਲ ਜਿਹੜੀ ਹੈ ਉਹ ਬੋਲੀ ਹੈ। ਪੈਰੋਲ ਬੋਲੀ ਹੈ। ਇਹ ਸਮੂਹਿਕ ਹੈ, ਇਹ ਵਿਅਕਤੀਗਤ ਹੁੰਦੀ ਹੈ, ਸਵੈ ਇੱਛਤ ਹੁੰਦੀ ਹੈ। ਉਚਾਰਨ ਦਾ ਪੱਧਰ ਹੁੰਦਾ ਹੈਗਾ, ਤੁਸੀਂ ਉਚਾਰਨ ਕਰਦੇ ਹੋ ਜਿਹੜਾ ਉਹ ਪੈਰੋਲ ਹੈ। ਉਹ ਉਹਦਾ ਭਾਸ਼ਾ ਦਾ ਜੋ ਉਚਾਰਨ ਹੈਗਾ ਉਹ ਉਹਦਾ ਪੈਰੋਲ ਹੁੰਦਾ ਹੈਗਾ। ਇਸ ਕਰਕੇ ਸਾਡਾ ਆਨਸਰ ਜਿਹੜਾ ਹੈਗਾ ਉਹ ਊੜਾ ਹੈਗਾ, ਸਵੈ ਇੱਛਤ। ਤੁਸੀਂ ਜਿਵੇਂ ਮਰਜ਼ੀ ਭਾਸ਼ਾ, ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਆਪਣੀ ਇੱਛਾ ਅਨੁਸਾਰ ਜਿਵੇਂ ਮਰਜ਼ੀ ਉਹਨੂੰ ਬੋਲੋ। ਭਾਸ਼ਾ ਵਿਗਿਆਨ ਭਾਸ਼ਾ ਦਾ ਕਰਦਾ ਹੈ ਵਿਹਾਰਕ ਅਧਿਐਨ, ਸ਼ੈਲੀਗਤ ਅਧਿਐਨ, ਵਿਸ਼ਲੇਸ਼ਣਾਤਮਕ ਅਧਿਐਨ ਜਾਂ ਫਿਰ ਬੁਣਤੀ ਦਾ ਅਧਿਐਨ। ਤਾਂ ਇਹਦੇ ਵਿੱਚ ਜਿਹੜਾ ਹੈਗਾ ਉਹ ਵਿਸ਼ਲੇਸ਼ਣਾਤਮਕ ਅਧਿਐਨ ਕਰਦਾ, ਹਰੇਕ ਪੱਖ ਨੂੰ ਜਿਹੜਾ ਐਕਸਪਲੇਨ ਕਰਦਾ ਹੈਗਾ ਉਹ। ਸਾਡਾ ਆਨਸਰ ਇੱਥੇ ਜਿਹੜਾ ਹੈਗਾ ਉਹ ਈਡੀ ਇੱਥੇ ਅਸੀਂ ਚੁਣਾਂਗੇ, ਉਹ ਭਾਸ਼ਾ ਦਾ ਜਿਹੜਾ ਹੈਗਾ ਵਿਸ਼ਲੇਸ਼ਣਾਤਮਕ ਅਧਿਐਨ ਕਰਦਾ ਹੈਗਾ।
ਛੱਛਾ ਖੱਖਾ ਗੱਗਾ ਜ਼ੱਜ਼ਾ ਬੱਬਾ ਧੁਨੀਆਂ ਪ੍ਰਭਾਵ ਦੀਆਂ ਸੂਚਕ ਹਨ। ਹਿੰਦੀ ਅੰਗਰੇਜ਼ੀ ਫਾਰਸੀ ਇਹਨਾਂ ਵਿੱਚੋਂ ਕੋਈ ਨਹੀਂ। ਤੋ ਇਹ ਜਿਹੜੀਆਂ ਹੈਗੀਆਂ ਨੇ ਇਹ ਫਾਰਸੀ ਭਾਸ਼ਾ ਦੇ ਪ੍ਰਭਾਵ ਵਾਲੀਆਂ ਨੇ। ਜਿਹੜਾ ਤੁਸੀਂ ਪੈਰ ਬਿੰਦੀ ਵਾਲਾ ਸੱਸਾ ਵਰਤਦੇ ਹੋ, ਪੈਰ ਬਿੰਦੀ ਵਾਲਾ ਤੁਹਾਡਾ ਸੱਸਾ ਹੈਗਾ ਜਿਹੜਾ, ਇਹ ਫਾਰਸੀ ਦੇ ਸ਼ੀਨ ਦਾ ਪਰਿਆਏ ਹੈ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਖੱਖਾ ਹੈਗਾ ਇਹ ਫਾਰਸੀ ਵਿੱਚ ਇੱਕ ਜਿਹੜਾ ਤੁਹਾਡਾ ਸਿੰਪਲ ਖੱਖਾ ਹੈ ਉਹਦੇ ਵਾਸਤੇ ਕਾਫ ਹੈ ਇਉਂ ਲਿਖਿਆ ਜਾਂਦਾ ਹੈਗਾ ਖੱਖਾ, ਪਰ ਜਿਹੜਾ ਇਹ ਖੱਖਾ ਹੈ ਇਹ ਫਾਰਸੀ ਦਾ ਖੇ ਦਾ ਪਰਿਆਏ ਹੈ। ਉਸ ਤੋਂ ਬਾਅਦ ਤੁਹਾਡਾ ਜਿਹੜਾ ਗੱਗਾ ਹੈਗਾ ਗੱਗੇ ਪੈਰ ਬਿੰਦੀ, ਇਹਦੇ ਸਮਵਿੱਥ ਫਾਰਸੀ ਦੇ ਵਿੱਚ ਗੈਨ ਲਿਖਿਆ ਜਾਂਦਾ ਹੈ। ਤੋ ਉਸ ਤੋਂ ਬਿਨਾ ਜਿਹੜਾ ਜੱਜਾ ਹੈ, ਜੱਜੇ ਪੈਰ ਬਿੰਦੀ ਹੈ, ਇਹਦੇ ਵਾਸਤੇ ਫਾਰਸੀ ਦੇ ਵਿੱਚ ਜਿਹੜਾ ਹੈਗਾ ਜ਼ੇ ਜ਼ਾਏ ਜ਼ਾਲ ਜ਼ੁਆਦ ਤੇ ਜ਼ੋਏ ਵਰਤੇ ਜਾਂਦੇ ਨੇ। ਉਸ ਤੋਂ ਬਾਅਦ ਜਿਹੜਾ ਫੱਫਾ ਹੈਗਾ ਫਾਰਸੀ ਦੇ ਵਿੱਚ ਜਿਹੜਾ ਤੁਹਾਡਾ ਫੱਫਾ ਹੈਗਾ ਇਹ ਪੇ ਦਾ ਪਰਿਆਏ ਹੈਗਾ। ਇੱਕ ਫਾਰਸੀ ਦੇ ਵਿੱਚ ਜਿਹੜਾ ਤੁਸੀਂ ਸਿੰਪਲ ਤੁਹਾਡਾ ਫੱਫਾ ਹੈ ਉਹ ਪੇ ਹੇ ਨਾਲ ਲਿਖਿਆ ਜਾਂਦਾ ਹੈ ਇਉਂ ਕਰਕੇ। ਤੋ ਇਸ ਕਰਕੇ ਜਿਹੜੇ ਹੈਗੇ ਨੇ ਇਹ ਫਾਰਸੀ ਭਾਸ਼ਾ ਦੇ ਸੰਕੇਤਕ ਨੇ ਜਾਂ ਫਾਰਸੀ ਭਾਸ਼ਾ ਦੇ ਸੂਚਕ ਨੇ। ਧਰਤੀ ਨੱਚੇ ਅੰਬਰ ਨੱਚੇ ਦਾ ਜਿਹੜਾ ਲੇਖਕ ਹੈ ਉਹ ਕੌਣ ਹੈ? ਤੋ ਇਹਦਾ ਜਿਹੜਾ ਹੈਗਾ ਇਹ ਹੈ ਕੁਲਦੀਪ ਕੌਰ ਦੋਸਾਂਝ ਦੀ ਕਿਤਾਬ ਹੈਗੀ ਹੈ ਇਹ, ਇਹਦੀ ਸੰਪਾਦਕ ਹੈ ਕੁਲਦੀਪ ਕੌਰ ਦੋਸਾਂਝ। ਉਚਾਰ ਭਾਸ਼ਾ ਦਾ ਕਿਹੜਾ ਰੂਪ ਹੈ? ਤੋ ਉਚਾਰ ਭਾਸ਼ਾ ਦਾ ਜਿਹੜਾ ਹੈਗਾ ਉਹ ਸਵੈ ਇੱਛਤ ਹੈ। ਤੁਹਾਡੀ ਮਰਜ਼ੀ ਹੈ, ਤੁਸੀਂ ਭਾਸ਼ਾ ਨੂੰ ਜਿਵੇਂ ਮਰਜ਼ੀ ਬੋਲੋ, ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ। ਇਹ ਤੁਹਾਡਾ ਸਵੈ ਇੱਛਤ ਹੈ, ਤੁਹਾਡੀ ਇੱਛਾ ਤੇ ਡਿਪੈਂਡ ਕਰਦਾ ਹੈਗਾ। ਸਿਧਾਂਤਕ ਭਾਸ਼ਾ ਵਿਗਿਆਨ ਪੁਸਤਕ ਦਾ ਲੇਖਕ ਹੈ ਹਰਜੀਤ ਸਿੰਘ ਗਿੱਲ, ਪ੍ਰੇਮ ਪ੍ਰਕਾਸ਼ ਸਿੰਘ, ਹਰਕੀਰਤ ਸਿੰਘ, ਵਿਦਿਆ ਭਾਸਕਰ, ਅਰੁਣ। ਤੋ ਇਹਦੀ ਕਿਤਾਬ ਹਰਜੀਤ ਸਿੰਘ ਗਿੱਲ ਦੀ ਬੜੀ ਮਸ਼ਹੂਰ ਆ ਕੰਪਰੀਹੈਂਸਿਵ ਗ੍ਰਾਮਰ ਆਫ ਪੰਜਾਬੀ। ਇਹ ਕਿਤਾਬ ਜਿਹੜੀ ਉਸ ਤੋਂ ਬਾਅਦ ਡਾਕਟਰ ਹਰਕੀਰਤ ਸਿੰਘ ਦੀ ਕਿਤਾਬ ਹੈਗੀ ਆ ਭਾਸ਼ਾ ਤੇ ਭਾਸ਼ਾ ਵਿਗਿਆਨ, ਰੂਪਾਂਤਰੀ ਪੰਜਾਬੀ ਵਿਆਕਰਨ, ਗੁਰਬਾਣੀ ਵਿਆਕਰਨ। ਉਸ ਤੋਂ ਬਾਅਦ ਹੈ ਪੰਜਾਬੀ ਸ਼ਬਦ ਜੋੜ ਕੋਸ਼, ਇਹ ਇਹਦੀਆਂ ਕਿਤਾਬਾਂ ਨੇ। ਉਸ ਤੋਂ ਬਾਅਦ ਵਿਦਿਆ ਭਾਸਕਰ ਅਰੁਣ ਆ ਜਾਂਦਾ ਹੈਗਾ ਪੰਜਾਬੀ ਭਾਸ਼ਾ ਦਾ ਜਿਹੜਾ ਵਿਕਾਸ, ਇਹਦੀ ਕਿਤਾਬ ਹੈਗੀ ਆ, ਬੜੀ ਪੁਰਾਤਨ ਕਿਤਾਬ ਹੈਗੀ ਇਹਦੀ। ਤੋ ਅੱਜ ਦੀ ਜਿਹੜੀ ਇਹ ਸਿਧਾਂਤਕ ਕਿਤਾਬ ਹੈ ਜੌਨ ਲਾਇਨਸ ਦੀ ਕਿਤਾਬ ਦੇ ਪਰਿਆਏ ਹੀ ਲਿਖੀ ਗਈ ਹੈਗੀ ਹੈ, ਥਿਓਰੈਟੀਕਲ ਲਿੰਗੁਇਸਟਿਕਸ ਦੇ ਪਰਿਆਏ ਹੀ ਇਹ ਕਿਤਾਬ ਪੰਜਾਬੀ ਦੇ ਵਿੱਚ। ਇਹਦਾ ਲੇਖਕ ਹੈਗਾ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ। ਤੋ ਬਹੁਤੀਆਂ ਟਰਮਾਂ ਇਹਨਾਂ ਨੇ ਜੌਨ ਲਾਇਨਸ ਦੀਆਂ ਹੀ ਇਸ ਕਿਤਾਬ ਦੇ ਵਿੱਚ ਵਰਤੀਆਂ ਹੈਗੀਆਂ ਨੇ। ਤੋ ਸਿਧਾਂਤਕ ਭਾਸ਼ਾ ਵਿਗਿਆਨ ਇਹ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਦੀ ਕਿਤਾਬ ਹੈਗੀ ਹੈ। ਕਿਸ ਸਵਰ ਦਾ ਮੁਕਤੇ ਦੇ ਰੂਪ ਵਿੱਚ ਪ੍ਰਯੋਗ ਹੁੰਦਾ ਹੈ? ਤੋ ਮੁਕਤਾ ਜਿਹੜਾ ਹੈਗਾ ਉਹ ਭਾਈ ਆੜਾ ਹੀ ਵਰਤਿਆ ਜਾਂਦਾ ਹੈ। ਤੁਸੀਂ ਇਹਨੂੰ ਮੁਕਤੇ ਦੇ ਰੂਪ ਦੇ ਵਿੱਚ ਵਰਤਦੇ ਹੈਗੇ ਹੋ, ਇਸ ਕਰਕੇ ਜਿਹੜਾ ਤੁਹਾਡਾ ਆਪਸ਼ਨ ਹੈਗੀ ਆ ਉਹ ਸੈਕੰਡ ਆਪਸ਼ਨ ਹੈ ਆੜਾ। ਆੜੇ ਨੂੰ ਮੁਕਤੇ ਦੇ ਰੂਪ ਦੇ ਵਿੱਚ ਤੁਸੀਂ ਵਰਤਦੇ ਹੈਗੇ ਹੋ। ਗੁਰਮੁਖੀ ਦਾ ਕਿਹੜਾ ਅੱਖਰ ਅਰਧ ਸਵਰ ਨਹੀਂ ਹੈ? ਇਹਨਾਂ ਵਿੱਚੋਂ ਇਹਦੇ ਵਿੱਚ ਇੱਕ ਗੱਲ ਹੈਗੀ ਆ ਭਈ ਕਿ ਉਹਨਾਂ ਨੇ ਸਾਡੇ ਕੋਲੋਂ ਅਰਧ ਸਵਰ ਪੁੱਛਿਆ ਹੈਗਾ, ਨਹੀਂ ਹੈ। ਇਹਦੇ ਵਿੱਚ ਜਿਹੜਾ ਯਈਆ ਹੈ ਇਹ ਅਰਧ ਸਵਰ ਹੈ, ਆੜਾ ਸਵਰ ਹੈ। ਹੁਣ ਇਹ ਦੋਨੇ ਹੀ ਅਰਧ ਸਵਰ ਨਹੀਂ ਵੇਖਿਆ ਜਾਵੇ, ਪਰ ਜਦੋਂ ਸੰਸਕ੍ਰਿਤ ਦੇ ਕੰਟੈਕਸਟ ਦੇ ਵਿੱਚ ਰੱਖਦੇ ਹੈਗੇ ਆ ਨਾ, ਸੰਸਕ੍ਰਿਤ ਦੇ ਸੰਦਰਭ ਚ ਵੇਖਦੇ ਆ, ਉਹਦੇ ਵਿੱਚ ਲੱਲਾ ਵੀ ਅਰਧ ਸਵਰ ਹੈਗਾ। ਸੰਸਕ੍ਰਿਤ ਦੇ ਵਿੱਚ ਲੱਲੇ ਨੂੰ ਵੀ ਅਰਧ ਸਵਰ ਮੰਨਦੇ ਨੇ, ਪਰ ਗੁਰਮੁਖੀ ਦੇ ਸੰਦਰਭ ਚ ਉਹਨੇ ਸਾਥੋਂ ਪੁੱਛਿਆ। ਜੇਕਰ ਹੁਣ ਇਸ ਸੰਦਰਭ ਦੇ ਵਿੱਚ ਗੁਰਮੁਖੀ ਇਸ ਕੁਐਸਚਨ ਦੇ ਅਕੋਰਡਿੰਗ ਅਸੀਂ ਗੱਲ ਕਰਦੇ ਹਾਂ ਤੇ ਸਾਡੇ ਕੋਲ ਇੱਥੇ ਦੋ ਅੱਖਰ ਬਣਦੇ ਨੇ, ਆਹ ਲੱਲਾ ਤੇ ਰਾਰਾ। ਲੱਲਾ ਤੇ ਰਾਰਾ ਦੋਨੇ ਹੀ ਜਿਹੜੇ ਹੈਗੇ ਨੇ ਅਰਧ ਸਵਰ ਨਹੀਂ ਹੈਗੇ। ਆੜੇ ਨੂੰ ਤੁਸੀਂ ਗਿਣੋ ਨਾ, ਕਿਉਂਕਿ ਇਹ ਤੇ ਸਵਰ ਹੈ, ਅਰਧ ਸਵਰ ਤੇ ਸਵਰ ਦੇ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈਗਾ, ਇਸ ਕਰਕੇ ਇਹ ਦੋਨੇ ਬਣਦੇ ਨੇ। ਤੇ ਕੁਐਸਚਨ ਜਿਹੜਾ ਹੈਗਾ ਇਸ ਹਿਸਾਬ ਦੇ ਨਾਲ ਹੈਗਾ ਜਿਹੜਾ ਇਹ ਗਲਤ ਬਣਦਾ ਹੈ। ਜਾਂ ਤਾਂ ਇਹ ਪੁੱਛਣਾ ਸੀ ਕਿ ਗੁਰਮੁਖੀ ਦਾ ਕਿਹੜਾ ਅੱਖਰ ਅਰਧ ਸਵਰ ਹੈ, ਇਹ ਨਹੀਂ ਕੱਟਿਆ ਜਾਣਾ ਸੀ। ਇਹ ਸਵਾਲ ਦੇ ਅਕੋਰਡਿੰਗ ਫਿਰ ਸਾਡਾ ਊੜਾ ਆਨਸਰ ਆਉਣਾ ਸੀਗਾ ਕਿ ਯਈਆ ਜਿਹੜਾ ਹੈ ਉਹ ਅਰਧ ਸਵਰ ਹੈ। ਇਹਨਾਂ ਨੇ ਪੁੱਛ ਲਿਆ ਅਰਧ ਸਵਰ ਨਹੀਂ ਹੈ, ਅਰਧ ਸਵਰ ਨਹੀਂ ਹੈ ਤੇ ਦੋਨੇ ਹੀ ਇਹ ਅਰਧ ਸਵਰ ਨਹੀਂ, ਇਸ ਕਰਕੇ ਸਵਾਲ ਜਿਹੜਾ ਹੈਗਾ ਇਸ ਪੱਖ ਤੋਂ ਇਹਦੇ ਵਿੱਚ ਜਿਹੜੀ ਕੰਟਰਾਡਿਕਸ਼ਨ ਹੈਗੀ ਹੈ, ਇਹ ਸਵਾਲ ਸਹੀ ਨਹੀਂ ਆਉਂਦਾ। ਤਾਂ ਸਾਡਾ ਜਿਹੜਾ ਇਹ ਪੁੱਛਣਾ ਇਹਨਾਂ ਨੇ ਇਹ ਸੀਗਾ ਕਿ ਜਿਹੜਾ ਅਰਧ ਸਵਰ ਨਹੀਂ ਹੈ, ਇਸ ਕਰਕੇ ਜਿਹੜਾ ਨਹੀਂ ਹੈਗਾ ਇਹ ਨਹੀਂ ਸੀ ਇੱਥੇ ਹੋਣਾ। ਇਹਨਾਂ ਨੇ ਇਹ ਪੁੱਛਣਾ ਸੀ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਅਰਧ ਸਵਰ ਹੈ, ਉਹ ਆਉਣਾ ਤੁਹਾਡਾ ਊੜਾ ਯਈਆ। ਯਈਆ ਅਰਧ ਸਵਰ ਹੈਗਾ।
अर्धमाग दी भेद है, ये प्रकृत दा भेद है, एक प्रकृत है। अर्धमाग दी सौर सैनी पिशाची कई, वो एक प्रकृत है। ਧੁਨੀ परिवर्तन हुंदा है, ਸੁਭਾਵਿਕ ਰੂਪ ਦੇ ਵਿੱਚ ਕਦੇ ਧੁਨੀ ਪਰਿਵਰਤਨ ਨਹੀਂ ਹੁੰਦਾ, ਭਾਸ਼ਾ ਵਿਗਿਆਨ ਦੇ ਰੂਪ ਦੇ ਵਿੱਚ ਵੀ ਨਹੀਂ ਇਹ ਹੁੰਦਾ ਤੇ ਵਿਆਕਰਣ ਦੇ ਰੂਪ ਦੇ ਵਿੱਚ ਵੀ ਨਹੀਂ ਹੁੰਦਾ। ਇਹ ਧੁਨੀ ਦੇ ਨਿਯਮਾਂ ਦੇ ਅਨੁਸਾਰ ਫੋਨੈਟਿਕਸ ਦੇ ਜਿਹੜੇ ਰੂਲ ਨੇ, ਉਹਦੇ ਪ੍ਰਿੰਸੀਪਲ ਨੇ, ਉਹਦੇ ਜਿਹੜੇ ਸਿਧਾਂਤ ਨੇ, ਉਹਨਾਂ ਦੇ ਅਕੋਰਡਿੰਗ ਜਿਹੜਾ ਹੈਗਾ ਪਰਿਵਰਤਨ ਜਿਹੜਾ ਹੁੰਦਾ ਉਹ ਸੰਭਵ ਹੁੰਦਾ ਹੈ। ਇਸ ਕਰਕੇ ਜਿਹੜਾ ਆਨਸਰ ਸਾਡਾ ਹੈਗਾ ਉਹ ਸੱਸਾ ਆਊਗਾ ਕਿ ਧੁਨੀ ਦਾ ਜਿਹੜਾ ਪਰਿਵਰਤਨ ਹੈ ਧੁਨੀ ਦੇ ਨਿਯਮਾਂ ਦੇ ਅਨੁਸਾਰ ਹੀ ਹੁੰਦਾ ਹੈਗਾ। शैली विज्ञान का जिहड़ा बल है वो किस चीज़ के उपर हुंदा है, किहड़ी चीज़ के उपर जिहड़ी शैली विज्ञान बल दिंदी है? तो शैली विज्ञान का जिहड़ा बल है वो बुणती के उपर हुंदा है, उहदे स्टाइल के उपर हुंदा है। तो इत्थे जिहड़ा हैगा साडा आंसर ऊड़ा आऊगा। पंजाबी भाषा की शब्दावली दे किन्ने वर्ग हन? तो पंजाबी भाषा की जिहड़ी शब्दावली हैगी आ उहदे 9 वर्ग ने। तुसीं 9 नूं जिहड़ा हैगा उत्थे टिक करनी हैगी, उहदे 9 वर्ग ने। भाषा विज्ञान का अंग है रूपीम, लिपि, टीका, आलोचना। तो भाषा विज्ञान का जिहड़ा मुढ़ला अंग है वह है रूपीम। मार्फोलॉजी नूं भाषा विज्ञान के अंतर्गत ही विचारिया जाता है। तो जिहड़ा लिपि भी कई कह देंगे कि लिपि हैगी है, टीका वृत्ति का एक्सप्लेनेशन का, और जिहड़े क्रिटिसिज्म का इहदे नाल कोई लैण देण नहीं हैगा। लिपि भी कहते हैं, लिपि इसका जिहड़ा हैगा दुजैला रूप है, पर जिहड़ा मुढ़ला है वो रूपीम हैगा। इस करके मार्फोलॉजी जिहड़ी हैगी है, मार्फोलॉजी का ही अगे मार्फ हैगा जां रूपीम है, मार्फ, तो ओहदा संबंध जिहड़ा भाषा विज्ञान नाल जुड़दा, जिहड़ी रूप विज्ञान की टर्म हैगी है मार्फीम। पंजाबी भाषा की अविकारी शब्दावली दे वर्गां दी गिणती है। पंजाबी भाषा के जिहड़े अविकारी शब्द ने उन्हां दी गिणती है वो है 2। ਉਹ ਸਾਡਾ ਘਰ ਹੈ, ਵਾਕ ਵਿੱਚ ਉਹ ਦਾ ਕਾਰਜ ਹੈ। ਨਿਸ਼ਚੈਵਾਚਕ ਪੜਨਾਮ, ਨਿਸ਼ਚੈਵਾਚਕ ਵਿਸ਼ੇਸ਼ਣ, ਤੀਸਰਾ ਪੁਰਖ ਪੜਨਾਮ ਤੇ ਉਪਰੋਕਤ ਵਿੱਚੋਂ ਕੋਈ ਨਹੀਂ। ਉਹ ਉੱਥੇ ਕੀ ਹੈਗਾ? ਨਿਸ਼ਚਾ ਹੈ। ਉੱਥੇ ਨਿਸ਼ਚੇ ਦੇ ਨਾਲ ਤੁਸੀਂ ਕਹਿ ਰਹੇ ਹੋ, ਠੀਕ ਹੈ। तो ਇਹਦਾ ਕੀ ਆਏਗਾ? ਇਹ ਨਿਸ਼ਚੈਵਾਚਕ ਪੜਨਾਮ ਵਾਲਾ ਹੈ। ਵਿਸ਼ੇਸ਼ਣ ਤਾਂ ਇੱਥੇ ਹੈ ਹੀ ਕੋਈ ਨਹੀਂ। ਵਿਸ਼ੇਸ਼ਣ ਕਿਹੜੀ ਚੀਜ਼ ਜ਼ਾਹਿਰ ਕਰਦੀ ਹੈ? ਵਿਸ਼ੇਸ਼ਤਾ। ਤੇ ਨਾ ਹੀ ਤੀਜਾ ਪੁਰਖ ਪੜਨਾਮ ਹੈ, ਪੁਰਖ ਦੀ ਵੀ ਨਹੀਂ। इस करके जिहड़ा है निश्चयवाचक है, इत्थे निश्चय होगा कि वो साडा घर है, इत्थे साडा निश्चय हो जाता है। वाक वरतों विच नाम शब्दां दे रूप वटन दे कारण हन। की कारण हन वाक दे वरतों दे विच शब्दां दे जिहड़े हैगे ने वो हैगे ने लिंग वचन ते कारक दे पद्धर ते शब्दां दे जिहड़े रूपां दे विच रूपांतरण आ जांदा है। लिंग वचन ते कारक दे पद्धर ते, कई वचन ते कारक दे पद्धर ते भी कहिंदे ने, कई लिंग ते वचन दे पद्धर ते भी कहिंदे ने, पर लिंग वचन ते कारक तिन्नां दे पद्धरां दे उपर ही पंजाबी दे शब्दां दे जिहड़े विच जिहड़ा हैगा रूपांतरण जां विकार आउंदा हैगा। इस करके आंसर, हालांकि कई इत्थे बड़ी कंट्रोडक्शन चलदी हैगी है, थल्ले वालिआं नूं मंन लैंदे ने कई बंदे, बहुते बंदिਆਂ ने अक्सर ਕਹਿੰਦੇ कि जी ਇਹ ਹੈਗੇ ਨੇ, पर मूल रूप ਦੇ ਵਿੱਚ 3 ਨੇ। ਤੁਸੀਂ ਜਿਹੜੀ ਪ੍ਰਤਿਸ਼ਠਿਤ ਗ੍ਰਾਮਰ ਇਸ ਦੇ ਸੰਦਰਭ ਦੇ ਵਿੱਚ ਅਵश्य ਪੜੋ। रूह पंजाबण ਦੀ ਸੰਪਾਦਕ ਹੈ ਰੁਪਿੰਦਰ ਕੌਰ ਸੰਧੂ ਦੀ ਕਿਤਾਬ ਹੈਗੀ ਹੈ ਇਹ रूह पंजाबण ਦੀ। मशीन वाले ਦਾ ਲੇਖਕ है। तो इस रचना ਦਾ ਜਿਹੜਾ ਲੇਖਕ ਹੈਗਾ ਕੌਣ है? राम स्वरूप अणखी की किताब नहीं, ना गुरदेव सिंह रुपाणे की ते ना बलदेव सिंह धालीवाल की, अमरजीत सिंह की किताब हैगी आ मशीन वाली। अमरजीत सिंह का इहदा जिहड़ा करता हैगा उसकी कृत है। रूपांतरित वधेतर लगाउण तो बाद शब्दां विच विਉਂਤਪਤ वधेतर जुड़ सकते हैं? नहीं जुड़ सकते, गलत है। केवल मूल जां धातु हुंदे हन, समासी शब्द बन जाते हैं, ये भी नहीं बनते, इन्हां दा लैण देण ही नहीं हुंदा हैगा। इस नाल होर कुछ भी जुड़न दी जिहड़ी हैगी है समर्था नहीं रहिंदी, जदों उहदे नाल रूपांतरित वधेतर जिहड़े हैगे ने प्रत्यय जुड़ जांदे ने। इस करके जिहड़ा हैगा इह साडा आंसर सैकंड आऊगा। इत्थे तुसीं सैकंड नूं सही करना है। इकालक ते दुकालक संकल्प किसदा है? तो इकालक ते दुकालक दा जिहड़ा संकल्प है वो नौम चमस्की दा है। इकालक ते दुकालक, सॉरी नौम चमस्की मेरे मूँह चों निकल गया पई, ये सस्यूर दा है, परदीनाथ सस्यूर दा हैगा। इहदा इकालक ते दुकालक दा जिहड़ा हैगा
सिंक्रॉनिक ते डायक्रॉनिक दा जिहड़ा कंसैप्ट हैगा मैं पहलां दस के गया वो इहदा हैगा सस्यूर दा हैगा। लुकाच गिराद ते गोल्डमान किस प्रणाली नाल संबंधित ने? संरचनावादी ये नहीं हैगे, उस तो बाद नव अमरीकन ये भी नहीं हैगे, ना शैली विग्यानक ने, ये हैगे ने समाज शास्त्री। ये तिन्ने बंदे समाज शास्त्री प्रणाली नाल संबंध रखते हैगे ने, इस करके साडा आंसर जिहड़ा हैगा इत्थे ईडी आऊगा। ये तिन्ने बंदे ही जिहड़े हैगे ने वो समाज शास्त्री हैगे ने। भाषा एक रब्बी दात हुंदी है, मनुख दी अपनी सभ्याचारक सिरजना है, किसी देश की सरकार द्वारा घड़ी जाती है, होर जीव जंतुओं के संचार तो विकसित हुंदी है। तो ये हैगी आ मनुख दी अपनी सभ्याचारक सिरजना हुंदी है। जे रब्बी दात हुंदी, मैं बार बार कहना हुन्ना कई बार कि रब्बी दात हुंदी सारियां दी भाषा इक्को जी होनी सी, ते ना ही किसी सरकार द्वारा कोई भाषा बनाई जाती हैगी है। तो ये मनुख दी अपनी ही सभ्याचारक सिरजना हुंदी हैगी है, इस करके साडा आंसर जिहड़ा इत्थे आड़ा आएगा। लिखत भाषा उचार भाषा तो पहला होंद विच आई, ये गलत है। उचार भाषा तो बाद पैदा हुंदी है, उचार भाषा दे नाल ही होंद विच आई, ये भी गलत है। उचार भाषा नाल उसका कोई संबंध नहीं, ये भी गलत है। ये है उचार भाषा तो बाद दे विच जिहड़ी हैगी लिपि हैगी जां स्क्रिप्ट हैगी ओह पैदा हुंदी है। पहला भाषा का मुढ़ला प्रकार की है उचार करना। लिंग्विस्टिक सर्वे ऑफ इंडिया पुस्तक है सुनीति कुमार चैटर्जी दी, नो। सर रिचर्ड टैंपल दी, इन्हां दी भी नहीं। बनारसी दास जैन, इहदी भी नहीं है। यह है जॉर्ज अब्राहम ग्रीयरसन की किताब है। भारत दे इंडिया लैवल ते सारियां जुबानां दा उन्हें एक सर्वे कीता सीगा, तो उस वेले उन्हें एक किताब जिहड़ी सी ओह पब्लिश कीती है। जॉर्ज अब्राहम ग्रीयरसन की किताब हैगी है लिंग्विस्टिक सर्वे ऑफ इंडिया। उच्ची सुर नाल आउण वाले सुर लम्मे हो जाते ने, नीवे हो जाते ने, छोटे हो जाते ने, जां उपरलियां विचों कुछ भी नहीं। जो सुर उच्ची आ जाती है तो स्वर जिहड़े वो छोटे हो जाते हैं जो टोन उपर चली जाती हैगी है, इस करके आंसर साडा ईडी आएगा इत्थे। पाली भाषा का समा है वैदिक संस्कृत तो पूर्व, ये गलत है। अपभ्रंशां तो मगरों, ये भी गलत है। प्रकृत तो मगरों, ये भी गलत है। संस्कृत ते प्रकृतां विचकार, हाँ ये बिल्कुल दुरुस्त है। संस्कृत ते प्रकृतां दे विचकार जिहड़ा हैगा पाली भाषा का समा आउंदा है। पहला छंदिस हैगी है, छंदिस, फिर क्लासीकल, क्लासीकल, छंदिस ते क्लासीकल जिहड़े हैगे ने इहनूं लौकिक कहंदे ने, क्लासीकल नूं लौकिक, इहनूं वैदिक कहंदे ने, छंदिस नूं, इह संस्कृत नूं। उस तो बाद दे विच पाली दा समा आउंदा, बुद्ध धर्म दा जो समा है, उस तो बाद दे विच जिहड़ियां आउंदियां ने प्रकृतां, फिर प्रकृतां आउंदियां ने, फिर अपभ्रंशां आउंदियां ने, अपभ्रंशां ते उस तो बाद दे विच आधुनिक आउंदियां ने। एक गल याद रखण योग हैगी है कि जिहड़ा तुसीं संस्कृत शब्द पढ़दे हो, एक ध्यान दे नाल याद रख लिओ, जिहड़ा संस्कृत वर्ड हैगा ਇਹ ਤੁਹਾਨੂੰ वैदिक भाषा ਦੇ ਵਿੱਚ ना किसी ग्रंथ ਦੇ ਵਿੱਚ किधरे नहीं मिलूगा। ਇਹਦੀ सब तो प्रथम वारी ਜਿਹੜੀ ਵਰਤੋਂ ਹੋਈ है ਉਹ वाल्मीकि रामायण ਦੇ ਵਿੱਚ ਹੁੰਦੀ ਹੈਗੀ ਹੈ। वाल्मीकि रामायण ਦੇ ਵਿੱਚ संस्कृत वर्ड ਦੀ ਕਦੋਂ ਹੁੰਦੀ ਹੈਗੀ ਆ? ਇਹ ਹੁੰਦੀ ਹੈਗੀ ਆ ਜਦੋਂ ਭਗਵਾਨ हनुमान ਜਿਹੜੇ ਹੈਗੇ ਨੇ ਉਹ ਮਾਤਾ सीता ਕੋਲੇ ਜਾਂਦੇ ਨੇ अशोक वाटिका ਦੇ ਵਿੱਚ, ਤੇ उस वेले जिहड़ा हैगा माता सीता समझदी है कि जे हनुमान कहंदा कि जेकर मैं संस्कृत दे विच गल करूंगा ते मैनू माता सीता किते रावण समझ ना लवे। तो उदों संस्कृत वर्ड पहली वार साडे वांगमयां दे विच साडे लिटरेचर दे विच प्रयुक्त हुंदा है, वरतिया जांदा है। उदों पहला संस्कृत दे वास्ते जिहड़ा हैगा जे तां वेदां दी भाषा है तां वैदिक जां छंदिस, ते जे लोकां दी बोली हैगी आ उहनूं लौकिक जां क्लासीकल कहा जांदा सी। तो संस्कृत याद रखना है, वाल्मीकि रामायण च सब प्रथम जिहड़ा हैगा वरतों हित शब्द यह आउंदा हैगा। पंजाबी विच सधारण वाक दी तरतीब हुंदी है करता कर्म क्रिया, क्रिया करता कर्म, करता क्रिया कर्म, जां फिर क्रिया पहला नहीं आउंदी पंजाबी च, ये गलत है। करता क्रिया कर्म, ये भी गलत है। कर्म करता क्रिया, ये भी गलत है। पंजाबी च है करता कर्म क्रिया, जिवें राम रोटी खांदा है, खांदा है, इत्थे राम करता है, रोटी कर्म है, ते खाना जिहड़ा हैगा क्रिया है, ते जिहड़े है ये सहायक क्रिया हुंदी हैगी है।
ਇਹ ਕੀ ਹੁੰਦੀ ਹੈ? ਸਹਾਇਕ ਕਿਰਿਆ। ਤੋ ਇਸ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਇਹ ਵਿਖਿਆਨ ਹੈਗਾ, ਅਸੀਂ ਇੱਥੇ ਹੀ ਇਹਨੂੰ ਵਿਰਾਮ ਲਾਉਂਦੇ ਹਾਂ। ਇੱਥੇ ਹੀ ਅਸੀਂ ਅਗਲੀ ਕਲਾਸ ਦੇ ਵਿੱਚ ਫੇਰ ਮਿਲਾਂਗੇ। ਤੋ ਲਾਸਟ ਦੇ ਉੱਪਰ ਜੇਕਰ ਕਿਸੇ ਸਟੂਡੈਂਟਸ ਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਇਹਦੇ ਵਿੱਚ ਤੁਹਾਨੂੰ ਲੱਗਦਾ ਹੈਗਾ ਕਿ ਤੁਹਾਡਾ ਕਿਤੇ ਸ਼ੰਕਾ ਹੈ, ਤੇ ਉਸ ਸ਼ੰਕਾ ਦੀ, ਉਸ ਕੁਐਸਚਨ ਦੇ ਸੰਦਰਭ ਦੇ ਵਿੱਚ ਸ਼ੰਕਾ ਦੀ ਨਿਵਰਤੀ ਜਿਹੜੀ ਹੈਗੀ ਹੈ ਉਹ ਪ੍ਰਤਿਸ਼ਠਿਤ ਕਿਤਾਬ ਦੇ ਵਿੱਚੋਂ ਹੀ ਕੀਤੀ ਜਾਣੀ ਚਾਹੀਦੀ ਹੈ। ਤੋ ਹਰ ਦਿਨ ਮੈਂ ਲਾਸਟ ਤੇ ਤੁਹਾਨੂੰ ਇਹੀ ਕਹਿਣਾ ਹੁੰਦਾ ਕਿ ਤੁਸੀਂ ਜੋ ਵੀ ਕੁਝ ਪੜ੍ਹਨਾ ਹੈਗਾ, ਜੋ ਵੀ ਕੁਝ ਆਪਣੇ ਡਾਊਟਸ ਕਲੀਅਰ ਕਰਨੇ ਨੇ, ਜਾਂ ਤੁਹਾਡੇ ਸ਼ੰਕਿਆਂ ਦੀ ਨਿਵਰਤੀ ਕਰਨੀ ਹੈਗੀ ਹੈ, ਤਰਮੀਮ ਕਰਨੀ ਹੈ ਆਪਣੇ ਕਿਸੇ ਸੁਭਾਅ ਦੀ, ਤੇ ਤੁਸੀਂ ਜਿਹੜਾ ਹੈਗਾ ਉਹਨੂੰ ਜਿਹੜੀ ਸਥਾਪਿਤ ਕਿਤਾਬ ਦੇ ਵਿੱਚੋਂ ਹੀ ਕਰਨਾ ਹੈਗਾ। ਜੋ ਕਿਤਾਬਾਂ ਸਥਾਪਿਤ ਨੇ ਲਿਟਰੇਚਰ ਦੇ ਵਿੱਚ, ਕਿਸੇ ਵੀ ਭਾਵੇਂ ਉਹ ਅਨੁਸ਼ਾਸਨ ਦੇ ਨਾਲ ਉਹਦਾ ਸੰਬੰਧ ਹੈਗਾ, ਤੇ ਤੁਸੀਂ ਉਸ ਅਨੁਸ਼ਾਸਨ ਦੀ ਕਿਤਾਬ, ਜੋ ਸਥਾਪਿਤ ਕਿਤਾਬ ਹੈ ਉਸ ਫੀਲਡ ਦੇ ਵਿਦਵਾਨ ਦੀ, ਤੁਸੀਂ ਉਹਦੇ ਵਿੱਚੋਂ ਉਹਦੀ ਸ਼ੰਕਾ ਦੀ ਨਿਵਰਤੀ ਅਵੱਸ਼ ਕਰ ਲੈਣੀ ਹੈ। ਤੋਂ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ। ਤਦ ਤੱਕ ਲਈ ਧੰਨਵਾਦ।